ਸਾਰੇ ਹੀ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਜਮਾਤ 7ਵੀਂ ਪਾਠ 1 ਟਾਈਪਿੰਗ ਟਿਊਟਰ ਬਾਰੇ ਸਮਝਾਂਗੇ ਕਿ ਟਾਈਪਿੰਗ ਟਿਊਟਰ ਕੀ ਹੈ ਤੇ ਇਹ ਕਿਸ ਤਰ੍ਹਾਂ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਦਿੱਤਾ ਹੋਇਆ ਹੈ ਜਾਣ ਪਛਾਣ। ਅਸੀਂ ਇਸ ਬਾਰੇ ਸਮਝਾਂਗੇ ਕਿ ਟੱਚ ਟਾਈਪਿੰਗ ਕੀ ਹੈ ਅਤੇ ਕਿਸ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਪਹਿਲਾ ਪੁਆਇੰਟ ਪੜ੍ਹ ਕੇ ਦੱਸਦਾ ਹਾਂ। ਇਸ ਪਾਠ ਵਿੱਚ ਅਸੀਂ ਟਾਈਪਿੰਗ ਵਿੱਚ ਮੁਹਾਰਤ ਹਾਸਲ ਕਰਨ ਦੇ ਤਰੀਕੇ ਸਿੱਖਾਂਗੇ। ਇਸ ਦੇ ਨਾਲ ਹੀ ਅਸੀਂ ਕੀਬੋਰਡ ਦੀ ਸਹੀ ਵਰਤੋਂ ਕਰਨੀ ਅਤੇ ਕੀਬੋਰਡ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਟਾਈਪਿੰਗ ਟਿਊਟਰ ਇੱਕ ਪ੍ਰੋਗਰਾਮ ਹੈ ਜਿਸ ਰਾਹੀਂ ਅਸੀਂ ਟੱਚ ਟਾਈਪਿੰਗ ਕਰਨਾ ਸਿੱਖਦੇ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਪੜ੍ਹਿਆ ਕਿ ਟੱਚ ਟਾਈਪਿੰਗ ਕੀ ਹੈ। ਟੱਚ ਟਾਈਪਿੰਗ ਦੀ ਵਰਤੋਂ ਅਸੀਂ ਇਸ ਲਈ ਕਰਦੇ ਹਾਂ ਕਿ ਅਸੀਂ ਬਿਨਾਂ ਕੀਬੋਰਡ ਤੇ ਦੇਖੇ ਅਸੀਂ ਟਾਈਪਿੰਗ ਕਰ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਨੀਚੇ ਸਾਨੂੰ ਕੀਬੋਰਡ ਦਾ ਲੇਆਊਟ ਦਿੱਤਾ ਹੋਇਆ ਹੈ। ਕੀਬੋਰਡ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇਹ ਲਾਈਟ ਗ੍ਰੀਨ ਪਾਰਟ ਜੋ ਤੁਹਾਨੂੰ ਦਿਖ ਰਿਹਾ ਹੈ, ਇਸ ਨੂੰ ਅਸੀਂ ਖੱਬਾ ਭਾਗ ਕਹਿ ਸਕਦੇ ਹਾਂ। ਜੋ ਪਰਪਲ ਜਾਂ ਬੈਂਗਨੀ ਪਾਰਟ ਤੁਹਾਨੂੰ ਦਿਖ ਰਿਹਾ ਹੈ, ਇਸ ਨੂੰ ਅਸੀਂ ਸੱਜਾ ਭਾਗ ਕਹਿ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕੀਬੋਰਡ ਦੇ ਵਿੱਚ ਸਾਡੇ ਕੋਲ ਜੋ ਮੇਨ ਅਲਫਾਬੈਟਿਕ ਕੀਜ਼ ਹਨ, ਜਿਵੇਂ A, S, D, F, G, H, J, K, L, ਸੈਮੀਕੋਲਨ, ਇਸ ਰੋ ਨੂੰ ਅਸੀਂ ਹੋਮ ਕੀ ਕਹਿੰਦੇ ਹਾਂ। ਹੁਣ ਅਸੀਂ ਸਿੱਖਾਂਗੇ ਕਿ ਅਸੀਂ ਇਸ ਹੋਮ ਰੋ ਉੱਤੇ ਕਿਸ ਤਰ੍ਹਾਂ ਉਂਗਲਾਂ ਨੂੰ ਰੱਖਣਾ ਹੈ ਸੋ ਦੈਟ ਕਿ ਅਸੀਂ ਟਾਈਪਿੰਗ ਨੂੰ ਆਸਾਨੀ ਨਾਲ ਕਰ ਸਕੀਏ। ਤੁਸੀਂ ਦੇਖ ਰਹੇ ਹੋ ਇਸ ਡਾਇਗ੍ਰਾਮ ਵਿੱਚ ਸਾਨੂੰ ਇੱਕ ਸਰਕਲ ਕੀਤੀ ਲਾਈਨ ਨਜ਼ਰ ਆ ਰਹੀ ਹੈ, ਜਿਸ ਵਿੱਚ A, S, D, F, G, ਇਸੇ ਤਰ੍ਹਾਂ ਹੀ H, J, K, L, ਸੈਮੀਕੋਲਨ, ਇਸ ਨੂੰ ਅਸੀਂ ਹੋਮ ਰੋ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਸਾਨੂੰ ਕੁਝ ਉਂਗਲਾਂ ਦੀ ਸਥਿਤੀ ਦਿੱਤੀ ਗਈ ਹੈ, ਖੱਬਾ ਹੱਥ ਅਤੇ ਸੱਜਾ ਹੱਥ। ਹੁਣ ਖੱਬਾ ਹੱਥ ਅਤੇ ਸੱਜਾ ਹੱਥ ਕਿਸ ਤਰ੍ਹਾਂ ਪ੍ਰਯੋਗ ਕਰਨਾ ਹੈ ਕਿ ਅਸੀਂ ਟਾਈਪਿੰਗ ਨੂੰ ਤੇਜ਼ ਰਫ਼ਤਾਰ ਨਾਲ ਕਰ ਸਕੀਏ ਤੇ ਸਾਨੂੰ ਕੀਬੋਰਡ ਨੂੰ ਦੇਖਣ ਦੀ ਵੀ ਜ਼ਰੂਰਤ ਨਾ ਪਵੇ। ਹਰ ਇੱਕ ਉਂਗਲ ਲਈ ਇੱਕ ਖਾਸ ਜਿਹੜੀ ਸਥਿਤੀ ਹੈ। ਤੁਸੀਂ ਦੇਖ ਰਹੇ ਹੋ ਕਿ ਖੱਬੇ ਹੱਥ ਦੀ ਸਭ ਤੋਂ ਜਿਹੜੀ ਛੋਟੀ ਉਂਗਲ, ਜਿਸ ਨੂੰ ਅਸੀਂ ਚੀਚੀ ਉਂਗਲ ਵੀ ਕਹਿੰਦੇ ਹਾਂ, ਜਿਵੇਂ ਉਹ A ਤੇ ਹੈ। ਅਗਲੀ ਜਿਹੜੀ ਹੈ ਸੈਕਿੰਡ ਹੈ ਰਿੰਗ ਫਿੰਗਰ, ਜੋ S ਤੇ ਹੈ। ਨੈਕਸਟ ਹੈ ਮਿਡਲ ਫਿੰਗਰ, ਖੱਬੇ ਹੱਥ ਦੀ ਮਿਡਲ ਫਿੰਗਰ, ਉਹ D ਤੇ ਹੈ। ਤੇ ਆਪਣੇ ਇੰਡੈਕਸ ਫਿੰਗਰ ਖੱਬੇ ਹੱਥ ਦੀ ਉਹ F ਤੇ ਹੈ। ਇਸੇ ਤਰ੍ਹਾਂ ਹੀ ਅਗਰ ਜੇ ਅਸੀਂ ਸੱਜੇ ਹੱਥ ਦੀ ਸਥਿਤੀ ਬਾਰੇ ਜਾਣਨਾ ਚਾਹੁੰਦੇ ਹਾਂ ਤੇ ਸਭ ਤੋਂ ਛੋਟੀ ਉਂਗਲ ਸੈਮੀਕੋਲਨ ਤੇ, ਰਿੰਗ ਫਿੰਗਰ L ਤੇ, ਮਿਡਲ ਫਿੰਗਰ K ਤੇ ਅਤੇ ਇੰਡੈਕਸ ਫਿੰਗਰ J ਤੇ। ਪਿਆਰੇ ਵਿਦਿਆਰਥੀਓ, ਤੁਹਾਨੂੰ ਇਸ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਇਸ ਦੀ ਪੋਜੀਸ਼ਨ ਗਲਤ ਹੋਏਗੀ ਤੇ ਟਾਈਪਿੰਗ ਕਰਨਾ ਮੁਸ਼ਕਿਲ ਹੋਏਗਾ। ਆਓ ਇਸ ਦੀ ਇੱਕ ਪ੍ਰੈਕਟੀਕਲ ਉਦਾਹਰਨ ਕਰਕੇ ਤੁਹਾਨੂੰ ਸਮਝਾਉਣਾ ਹਾਂ। ਅਸੀਂ ਕੀ ਕਰ ਸਕਦੇ ਹਾਂ, ਆਪਣੇ ਕੰਪਿਊਟਰ ਤੇ ਕੋਈ ਵੀ ਨੋਟਪੈਡ ਜਾਂ ਫਿਰ ਵਰਡਪੈਡ ਜਾਂ ਫਿਰ MS ਵਰਡ ਸੌਫਟਵੇਅਰ ਓਪਨ ਕਰ ਲੈਂਦੇ ਹਾਂ। ਤੁਸੀਂ ਦੇਖੋਗੇ ਕਿ ਮੈਂ ਇਸ ਤੇ ਟਾਈਪਿੰਗ ਕਰ ਰਿਹਾ ਹਾਂ। ਮੈਂ ਆਪਣੀ ਉਂਗਲਾਂ ਦੀ ਸਥਿਤੀ ਰੱਖ ਲਈ ਹੈ। ਆਪਣੀ ਜਿਹੜੀ ਇੰਡੈਕਸ ਫਿੰਗਰ ਹੈ ਖੱਬੇ ਹੱਥ ਦੀ, ਉਹ ਤੁਸੀਂ F ਤੇ ਰੱਖਣੀ ਹੈ ਅਤੇ ਇੰਡੈਕਸ ਫਿੰਗਰ ਜਿਹੜੀ ਸੱਜੇ ਹੱਥ ਦੀ ਉਹ J ਤੇ ਰੱਖਣੀ ਹੈ। ਤੇ ਨਾਲ ਹੀ ਆਪਣੀਆਂ ਤਿੰਨ ਉਂਗਲਾਂ ਦੀ ਜਿਹੜੀ ਖੱਬੇ ਹੱਥ ਦੀ A, S, D ਤੇ ਇਸੇ ਤਰ੍ਹਾਂ ਹੀ ਸੱਜੇ ਹੱਥ ਦੀ ਸੈਮੀਕੋਲਨ L, K, J ਤੇ ਰੱਖਣੀ ਹੈ। ਹੁਣ ਦੇਖੋ, ਅਸੀਂ ਇਸ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਹਾਂ। A, S, D, F, ਫਿਰ ਸੱਜੇ ਹੱਥ ਤੋਂ ਸੈਮੀਕੋਲਨ L, K, J, ਫਿਰ ਸਪੇਸ ਬਾਰ ਤੁਸੀਂ ਜਿਹੜਾ ਆਪਣੇ ਸੱਜੇ ਹੱਥ ਦੇ ਅੰਗੂਠੇ ਨਾਲ ਪ੍ਰੈਸ ਕਰ ਸਕਦੇ ਹੋ। ਫਿਰ ਲਿਖਦੇ ਹਾਂ A, S, D, F, ਸੈਮੀਕੋਲਨ L, K, J। ਇਸ ਤਰ੍ਹਾਂ ਅਸੀਂ ਆਪਣੇ ਨੋਟਪੈਡ ਤੇ ਜਾਂ MS ਵਰਡ ਤੇ ਟਾਈਪਿੰਗ ਦੀ ਪ੍ਰੈਕਟਿਸ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਤੇਜ਼ੀ ਨਾਲ ਵੀ ਕਰ ਸਕਦੇ ਹਾਂ। ਇਸ ਨਾਲ ਅਸੀਂ ਬਿਨਾਂ ਕੀਬੋਰਡ ਤੋਂ ਦੇਖੇ ਟਾਈਪਿੰਗ ਕਰ ਸਕਦੇ ਹਾਂ। ਨੈਕਸਟ ਅਸੀਂ ਦੇਖਦੇ ਹਾਂ। ਪਿਆਰੇ ਬੱਚਿਓ, ਇਸ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਨੂੰ ਅਸੀਂ ਹੋਮ ਰੋ ਕਹਿੰਦੇ ਹਾਂ।
जी प्यारे विद्यार्थियों, ਅਸੀਂ ਹੁਣ ਆਪਣੀ ਸਕਰੀਨ ਤੇ ਦੇਖ ਰਹੇ ਹਾਂ ਕਿ ਸਾਡੇ ਕੋਲ ਇੱਕ ਪੈਟਰਨ ਦਿੱਤਾ ਹੋਇਆ ਹੈ। ਇਹ ਪੈਟਰਨ ਹੋਮ ਰੋ ਦਾ ਹੈ, ਜਿਸ ਵਿੱਚ ਸਾਨੂੰ ਕੁਝ ਬਟਨਸ ਦਾ ਪੈਟਰਨ ਦਿੱਤਾ ਹੈ, ਜਿਸ ਵਿੱਚ ਹੈ ASDF G ਤੇ ਸੱਜੇ ਹੱਥ 'ਚ ਹੈ ਸੈਮੀਕੋਲਨ LKJH। ਹੁਣ ਦੇਖ ਰਹੇ ਹੋ ਤੁਸੀਂ ਕਿ F ਅਤੇ G ਦੋਨੋਂ ਸੇਮ ਕਲਰ 'ਚ ਦਿੱਤੇ ਹਨ। ਇਸੇ ਤਰ੍ਹਾਂ ਹੀ ਸੱਜੇ ਹੱਥ ਦੇ ਅਗਰ ਜੇ ਪੈਟਰਨ ਨੂੰ ਦੇਖੀਏ ਤੇ ਉਹਦੇ ਵਿੱਚ H ਅਤੇ J ਦੋਨੋਂ ਸੇਮ ਕਲਰ ਦੇ ਵਿੱਚ ਦਿੱਤੇ ਹਨ। ਇਹ ਸੇਮ ਕਲਰ ਵਿੱਚ ਕਿਉਂ ਦਿੱਤੇ ਹਨ, ਉਸ ਦਾ ਇੱਕ ਕਾਰਨ ਹੈ ਕਿ F ਅਤੇ G ਤੁਸੀਂ ਖੱਬੇ ਹੱਥ ਦੇ ਇੰਡੈਕਸ ਫਿੰਗਰ ਦੇ ਨਾਲ ਹੀ ਪ੍ਰੈਸ ਕਰਨੇ ਹਨ। ਖਾਸ ਧਿਆਨ ਇਸ ਵਿੱਚ ਦੇਣ ਦੀ ਲੋੜ ਇਹ ਹੈ ਕਿ ਤੁਸੀਂ ਆਪਣੀ ਜਿਹੜੀ ਸਭ ਤੋਂ ਛੋਟੀ ਦੈਟ ਇਜ਼ ਲਿਟਲ ਫਿੰਗਰ ਉਸ ਨੂੰ A ਤੇ ਰੱਖਣਾ ਹੈ, ਰਿੰਗ ਫਿੰਗਰ S ਤੇ ਰੱਖਣੀ ਹੈ, ਮਿਡਲ ਫਿੰਗਰ D ਤੇ ਰੱਖਣੀ ਹੈ ਅਤੇ ਜਿਹੜੀ ਇੰਡੈਕਸ ਫਿੰਗਰ ਹੈ ਉਹ F ਤੇ ਰੱਖਣੀ ਹੈ। ਜਦੋਂ ਵੀ G ਨੂੰ ਪ੍ਰੈਸ ਕਰਨ ਦੀ ਲੋੜ ਪਵੇ, ਅਸੀਂ ਕੀ ਕਰਨਾ ਹੈ, ਤਿੰਨੋਂ ਫਿੰਗਰ ਜੋ ਹੈ ਉਹ ਉਸੇ ਪੋਜੀਸ਼ਨ ਤੇ ਹੀ ਰਹਿਣਗੀਆਂ, ਲੇਕਿਨ ਜੋ ਇੰਡੈਕਸ ਫਿੰਗਰ ਹੈ ਉਹ G ਨੂੰ ਪ੍ਰੈਸ ਕਰਕੇ ਫਿਰ ਆਪਣੀ ਵਾਪਿਸ ਪੋਜੀਸ਼ਨ ਤੇ ਆ ਜਾਵੇਗੀ। ਇਸੇ ਤਰ੍ਹਾਂ ਹੀ ਜਦੋਂ ਸੱਜੇ ਹੱਥ ਦੇ ਬਟਨਾਂ ਦੇ ਵਿੱਚੋਂ ਸਾਨੂੰ ਅਗਰ H ਪ੍ਰੈਸ ਕਰਨ ਦੀ ਲੋੜ ਪੈਂਦੀ ਹੈ ਤਾਂ ਅਸੀਂ J ਤੇ ਰੱਖੀ ਫਿੰਗਰ ਨੂੰ ਹੀ H ਤੇ ਲੈ ਕੇ ਜਾਵਾਂਗੇ, ਪ੍ਰੈਸ ਕਰਕੇ ਫਿਰ J ਤੇ ਵਾਪਿਸ ਲੈ ਆਵਾਂਗੇ। ਉਸ ਤੋਂ ਬਾਅਦ ਸਾਡੇ ਕੋਲ ਦੂਜੀ ਰੋ ਹੈ। ਦੂਜੀ ਰੋ ਹੈ ਸਭ ਤੋਂ ਉੱਪਰ ਵਾਲੀ ਰੋ ਅਲਫਾਬੈਟਿਕ, ਜਿਸ ਵਿੱਚ ਸਾਨੂੰ ਦਿੱਤਾ ਹੋਇਆ ਹੈ QWERT ਤੇ ਇਸੇ ਤਰ੍ਹਾਂ ਹੀ ਸੱਜੇ ਹੱਥ ਦੇ ਵਿੱਚ YUIOP। ਇਸੇ ਤਰ੍ਹਾਂ ਹੀ ਤੁਸੀਂ ਉੱਪਰ ਵਾਲੀ ਰੋ ਅਸੀਂ ਦੇਖੀ, ਉਸ ਵਿੱਚ ਸਾਨੂੰ ਦਿੱਤਾ ਸੀ ਕਿ FG ਤੇ HJ ਇਹ ਦੋਨੋਂ ਜਿਹੜੀਆਂ ਨੇ ਅਸੀਂ ਆਪਣੇ ਇੰਡੈਕਸ ਫਿੰਗਰ ਦੀ ਮਦਦ ਦੇ ਨਾਲ ਪ੍ਰੈਸ ਕਰਨੀਆਂ ਹਨ। ਇਸੇ ਤਰ੍ਹਾਂ ਹੀ ਅਗਰ ਦੇਖਿਆ ਜਾਵੇ ਇਸ ਵਿੱਚ ਵੀ Q ਤੁਸੀਂ ਕਿਹੜੀ ਫਿੰਗਰ ਨਾਲ ਪ੍ਰੈਸ ਕਰਨਾ ਹੈ, ਸਭ ਤੋਂ ਆਪਣੀ ਲਿਟਲ ਫਿੰਗਰ ਦੇ ਨਾਲ ਜਿਹੜੇ ਖੱਬੇ ਹੱਥ ਦੀ, ਉਸੇ ਤਰ੍ਹਾਂ ਹੀ W ਰਿੰਗ ਫਿੰਗਰ ਦੇ ਨਾਲ, E ਜਿਹੜੀ ਹੈ ਮਿਡਲ ਫਿੰਗਰ ਦੇ ਨਾਲ, R ਜਿਹੜੀ ਹੈ ਇੰਡੈਕਸ ਫਿੰਗਰ ਦੇ ਨਾਲ ਤੇ T ਜਿਹੜਾ ਇੰਡੈਕਸ ਫਿੰਗਰ ਦੇ ਨਾਲ। ਹੁਣ ਸਾਰੇ ਵਿਦਿਆਰਥੀਆਂ ਨੂੰ ਇਹ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰ ਕਿ ਅਸੀਂ ਜਿਹੜੀ ਹੈ QWERT ਜਦੋਂ ਅਸੀਂ ਪ੍ਰੈਸ ਕਰਨਾ ਹੈ, ਕੀ ਆਪਾਂ ਆਪਣੀਆਂ ਸਾਰੀਆਂ ਫਿੰਗਰਸ ਨੂੰ QWERTYUIOP ਤੇ ਰੱਖ ਲੈਣਾ ਹੈ? ਨਹੀਂ, ਅਸੀਂ ਆਪਣੀ ਜਿਹੜੇ ਫਿੰਗਰਸ ਦੀ ਪੋਜੀਸ਼ਨ ਹੈ ਉਹ ਅਸੀਂ ਹੋਮ ਰੋ ਦੇ ਉੱਤੇ ਹੀ ਰੱਖਣੀ ਹੈ, ਅਸੀਂ ਉਸ ਨੂੰ ਨਹੀਂ ਬਦਲਣਾ। ਬਸ ਕਰਨਾ ਕੀ ਹੈ ਕਿ ਜਦੋਂ ਵੀ ਤੁਹਾਨੂੰ ਕਿਸੇ ਵਰਡ ਦੇ ਵਿੱਚ Q ਪ੍ਰੈਸ ਕਰਨ ਦੀ ਲੋੜ ਪਵੇ ਤਾਂ ਅਸੀਂ ਕੀ ਕਰਨਾ ਹੈ ਕਿ A ਤੋਂ ਉਂਗਲ ਆਪਣੀ ਚੁੱਕ ਕੇ Q ਪ੍ਰੈਸ ਕਰ ਲੈਣਾ ਹੈ ਤੇ ਦੁਬਾਰਾ ਜਿਹੜੀ ਹੈ ਫਿੰਗਰ A ਤੇ ਵਾਪਿਸ ਲੈ ਆਣੀ ਹੈ। ਅਗਰ ਮੰਨ ਲਓ ਉਦਾਹਰਨ ਵਜੋਂ ਤੁਹਾਨੂੰ ਇੱਕ ਵਰਡ ਦਿੱਤਾ ਜਾਂਦਾ ਹੈ QUE, ਤਾਂ ਤੁਸੀਂ ਕੀ ਕਰੋਗੇ, ਆਪਣੀ ਹੋਮ ਰੋ ਦੇ ਵਿੱਚੋਂ A ਬਟਨ ਤੋਂ ਫਿੰਗਰ ਚੁੱਕੋਗੇ, ਬਾਕੀ ਸਾਰੀਆਂ ਫਿੰਗਰਸ ਉੱਥੇ ਹੀ ਰਹਿਣਗੀਆਂ, Q ਪ੍ਰੈਸ ਕਰੋਗੇ, ਵਾਪਿਸ ਆਪਣੀ A ਤੇ ਆ ਜਾਏਗੀ ਫਿੰਗਰ। ਨੈਕਸਟ ਸਾਡੇ ਕੋਲ ਕਰੈਕਟਰ ਹੈ U, ਤੁਸੀਂ ਸੱਜੇ ਹੱਥ ਦੀ ਇੰਡੈਕਸ ਫਿੰਗਰ ਚੁੱਕੋਗੇ, U ਪ੍ਰੈਸ ਕਰੋਗੇ, ਫਿਰ ਤੁਸੀਂ ਵਾਪਿਸ ਆਪਣੇ ਹੋਮ ਰੋ ਦੇ J ਬਟਨ ਦੇ ਉੱਤੇ ਆ ਜਾਓਗੇ। ਨੈਕਸਟ ਅਸੀਂ ਪ੍ਰੈਸ ਕਰਨਾ E ਵਾਸਤੇ ਸਾਨੂੰ ਜਿਹੜੀ ਹੈ ਮਿਡਲ ਫਿੰਗਰ ਦੀ ਜ਼ਰੂਰਤ ਪਏਗੀ, ਅਸੀਂ ਮਿਡਲ ਫਿੰਗਰ ਉੱਪਰ ਲੈ ਕੇ ਜਾਵਾਂਗੇ, E ਪ੍ਰੈਸ ਕਰਾਂਗੇ ਤੇ ਵਾਪਿਸ ਜਿਹੜਾ ਵਾ D ਤੇ ਫਿਰ ਆ ਜਾਵਾਂਗੇ। ਇਸ ਤਰ੍ਹਾਂ ਅਸੀਂ ਕੀ ਕਰਦੇ ਹਾਂ, ਟੱਚ ਟਾਈਪਿੰਗ ਕਰਦੇ ਹਾਂ। ਇਸ ਨੂੰ ਬਾਰ-ਬਾਰ ਦੁਹਰਾਉਣ ਤੇ ਤੁਹਾਨੂੰ ਇਸ ਦੀ ਪ੍ਰੈਕਟਿਸ ਹੋ ਜਾਏਗੀ, ਤੁਹਾਨੂੰ ਬਟਨ ਜਿਹੜੇ ਯਾਦ ਹੋ ਜਾਣਗੇ ਕਿ ਤੁਸੀਂ ਕਿਹੜਾ ਬਟਨ ਤੁਹਾਡੀ ਕਿਹੜੀ ਫਿੰਗਰ ਨਾਲ ਪ੍ਰੈਸ ਕਰਨਾ ਹੈ। ਚਲੋ ਵਿਦਿਆਰਥੀਓ, ਅਸੀਂ ਹੁਣ ਅੱਗੇ ਚੱਲਦੇ ਹਾਂ। ਸਾਡੀ ਤੀਸਰੀ ਰੋ ਹੈ। ਤੀਸਰੀ ਰੋ ਦੇ ਵਿੱਚ ਸਾਡੇ ਕੋਲ ਜਿਹੜੇ ਅਗਲੇ ਵਰਡ ਹਨ, ਕਰੈਕਟਰ ਹਨ, ਜੋ ਬਟਨ ਅਸੀਂ ਪ੍ਰੈਸ ਕਰਨੇ ਹਨ, ਉਹ ਸਾਨੂੰ ਦਿੱਤੇ ਹਨ ZXCVB, ਸੱਜੇ ਹੱਥ ਦੇ ਨਾਲ ਹੈ NM, ਫੁੱਲ ਸਟਾਪ ਜਿਹਨੂੰ ਤੁਸੀਂ ਡਾਟ ਵੀ ਕਹਿ ਸਕਦੇ ਹੋ, ਦਿਸ ਇਜ਼ ਅ ਫਾਰਵਰਡ ਸਲੈਸ਼, ਜੋ ਨੈਕਸਟ ਸਾਨੂੰ ਦਿੱਤੀ ਹੈ ਉਹ ਹੈਗੀ ਸਾਡੀ ਫਾਰਵਰਡ ਸਲੈਸ਼। ਤੁਸੀਂ ਦੇਖ ਰਹੇ ਹੋ ਕਿ ਖੱਬਾ ਹੱਥ ਤੇ ਸੱਜਾ ਹੱਥ। ਫਿਰ ਵਿਦਿਆਰਥੀਓ ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਤੁਸੀਂ ਜਿਹੜਾ ਇਹ ਬਟਨ ZXCVB ਇਹਨਾਂ ਵਿੱਚੋਂ ਕਿਸੇ ਵੀ ਜਿਹੜੇ ਬਟਨ ਨੂੰ ਪ੍ਰੈਸ ਕਰਨ ਦੇ ਲਈ
ਤੁਸੀਂ ਜਿਹੜਾ ਵਾ ਸਾਰੀਆਂ ਫਿੰਗਰਸ ਇਹਨਾਂ ਬਟਨ ਦੇ ਉੱਤੇ ਨਹੀਂ ਰੱਖਣੀਆਂ। ਤੁਹਾਡੀਆਂ ਸਾਰੀਆਂ ਜਿਹੜੀਆਂ ਨੇ ਫਿੰਗਰਸ, 4 ਫਿੰਗਰਸ ਖੱਬੇ ਹੱਥ ਦੀਆਂ ਤੇ 4 ਹੀ ਫਿੰਗਰ ਸੱਜੇ ਹੱਥ ਦੀਆਂ, ਉਹ ਕਿੱਥੇ ਰਹਿਣਗੀਆਂ? ਉਹਦੀ ਪੋਜੀਸ਼ਨ ਮੈਂ ਦੁਬਾਰਾ ਇੱਕ ਵਾਰੀ ਦਿਖਾਣਾ ਚਾਹੁੰਦਾ ਹਾਂ। ਤੁਸੀਂ ਦੇਖ ਰਹੇ ਹੋ ਕਿ ਇਹ ਪੋਜੀਸ਼ਨ ਹੈ। ਤੁਸੀਂ ASDF ਤੇ ਹੀ ਫਿੰਗਰਸ ਰੱਖਣੀਆਂ ਹਨ ਖੱਬੇ ਹੱਥ ਦੀਆਂ, ਤੇ ਸੱਜੇ ਹੱਥ ਦੀਆਂ ਹੀ ਇਸੇ ਤਰ੍ਹਾਂ ਸੈਮੀਕੋਲਨ LKJ ਤੇ। ਇਸ ਤੋਂ ਫਿੰਗਰ ਨਹੀਂ ਹਟਾਣੀਆਂ। ਜਦੋਂ ਵੀ ਕੋਈ ਬਟਨ ਪ੍ਰੈਸ ਕਰਨਾ ਹੈ, ਚਾਹੇ ਉਹ ਹੋਮ ਰੋ ਦੇ ਵਿੱਚ ਹੋਵੇ, ਸਾਡੀ ਜਿਹੜੀ ਸੈਕਿੰਡ ਰੋ ਹੈ QWE ਕੁਆਟੀ ਵਾਲੀ ਹੋਵੇ, ਜਾਂ ਫਿਰ ਤੀਜੀ ਰੋ ਹੋਵੇ ZXCVB ਵਾਲੀ, ਇਸ ਰੋ ਦੇ ਵਿੱਚ ਅਸੀਂ ਕੀ ਕਰਨਾ ਹੈ? ਹੋਮ ਰੋ ਤੋਂ ਆਪਣੀਆਂ ਫਿੰਗਰ ਹਟਾ ਕੇ ਨੀਚੇ ਵਾਲੀਆਂ ਰੋ ਤੇ ਲੈ ਕੇ ਆਣੀਆਂ, ਜਾਂ ਅਗਰ ਕੋਈ ਕਰੈਕਟਰ ਜਾਂ ਬਟਨ ਜੋ ਹੈ ਉੱਪਰ ਹੈ, ਹੋਮ ਰੋ ਤੋਂ ਉੱਪਰ ਵਾਲੀ ਰੋ 'ਚ ਹੈ, ਤੇ ਆਪਣੀ ਆਪਾਂ ਫਿੰਗਰ ਉੱਪਰ ਲੈ ਕੇ ਜਾਣੀ ਹੈ। ਅਸੀਂ ਕੋਈ ਵੀ ਫਿੰਗਰ ਜਿਹੜੀ ਹੈ ਅਸੀਂ ਡਾਇਰੈਕਟ ਉਸ ਰੋ ਤੇ ਨਹੀਂ ਰੱਖਣੀਆਂ। ਅਸੀਂ ਸਿਰਫ ਕੀ ਕਰਨਾ ਹੈ? ਬਟਨ ਪ੍ਰੈਸ ਕਰਕੇ ਫਿਰ ਵਾਪਿਸ ਹੋਮ ਰੋ ਦੇ ਉੱਤੇ ਆ ਜਾਣਾ ਹੈ। ਤੁਸੀਂ ਇਸ ਉਂਗਲਾਂ ਦੀ ਸਥਿਤੀ ਦਾ ਖਾਸ ਧਿਆਨ ਰੱਖਣਾ ਹੈ, ਕਿਉਂਕਿ ਇੱਕ ਵਾਰੀ ਤੁਹਾਨੂੰ ਇਹ ਪੈਟਰਨ ਯਾਦ ਹੋ ਗਿਆ ਤੇ ਤੁਹਾਨੂੰ ਜ਼ਿੰਦਗੀ ਭਰ ਕੀਬੋਰਡ ਨੂੰ ਦੇਖਣ ਦੀ ਜ਼ਰੂਰਤ ਨਹੀਂ ਪਏਗੀ। ਸਿਰਫ ਤੁਸੀਂ ਉਂਗਲਾਂ ਰੱਖਣੀਆਂ ਹੈ ਤੇ ਕੀਬੋਰਡ ਨੂੰ ਬਿਨਾਂ ਦੇਖੇ ਤੁਸੀਂ ਟਾਈਪ ਕਰ ਸਕਦੇ ਹੋ। ਤੁਹਾਨੂੰ ਲਾਸਟ ਤੇ ਮੈਂ ਟਾਈਪਿੰਗ ਕਰਕੇ ਦੱਸਾਂਗਾ ਬਿਨਾਂ ਦੇਖੇ, ਤੇ ਤੁਹਾਨੂੰ ਥੋੜਾ ਯਕੀਨ ਵੀ ਹੋ ਜਾਏਗਾ ਕਿ ਕੀ ਅਸੀਂ ਇਹ ਕਰ ਸਕਦੇ ਕਿ ਨਹੀਂ ਕਰ ਸਕਦੇ। ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਣਾ ਹੈ, ਸਾਰੀਆਂ ਚੀਜ਼ਾਂ ਨੂੰ ਸਮਝਣਾ ਹੈ। ਨੈਕਸਟ ਸਾਡੇ ਕੋਲ ਹੈ ਚੌਥੀ ਰੋ। ਚੌਥੀ ਰੋ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਇੱਕ ਵਾਰੀ ਦੁਬਾਰਾ ਮੈਂ ਥਰਡ ਰੋ ਤੇ ਥੋੜਾ ਜਿਹਾ ਕਰ ਦੇਣਾ। Z ਜਿਹੜਾ ਤੁਸੀਂ ਛੋਟੀ ਫਿੰਗਰ ਨਾਲ ਯਾਨੀ ਕਿ ਲਿਟਲ ਫਿੰਗਰ ਨਾਲ, X ਜਿਹੜਾ ਹੈ ਰਿੰਗ ਫਿੰਗਰ ਦੇ ਨਾਲ, C ਜਿਹੜਾ ਮਿਡਲ ਫਿੰਗਰ ਦੇ ਨਾਲ, V ਅਤੇ B ਜਿਹੜਾ ਉਹ ਇੰਡੈਕਸ ਫਿੰਗਰ ਦੇ ਨਾਲ ਪ੍ਰੈਸ ਕਰਨਾ ਹੈ, ਲੇਕਿਨ ਕਿਹੜੇ ਹੱਥ ਦੇ? ਖੱਬੇ ਹੱਥ ਦੇ। ਇਸੇ ਤਰ੍ਹਾਂ ਹੀ N ਅਤੇ M ਇਹ ਇੰਡੈਕਸ ਫਿੰਗਰ ਨਾਲ ਪ੍ਰੈਸ ਕਰਨਾ ਹੈ। ਜਿਹੜੀ ਫਾਰਵਰਡ ਸਲੈਸ਼ ਹੈ ਉਹ ਛੋਟੀ ਫਿੰਗਰ ਦੇ ਨਾਲ, ਫੁੱਲ ਸਟਾਪ ਹੈ ਉਹ ਰਿੰਗ ਫਿੰਗਰ ਦੇ ਨਾਲ, ਅਤੇ ਕੋਮਾ ਜੋ ਹੈ ਉਹ ਆਪਣਾ ਤੁਸੀਂ ਮਿਡਲ ਫਿੰਗਰ ਦੇ ਨਾਲ। ਆਓ ਨੀਚੇ ਚੱਲਦੇ ਹਾਂ। ਨੈਕਸਟ ਸਾਡੇ ਕੋਲ ਦਿੱਤਾ ਹੋਇਆ ਹੈ ਚੌਥੀ ਰੋ। ਚੌਥੀ ਰੋ ਕੀ ਹੁੰਦਾ ਹੈ ਕਿ ਤੁਸੀਂ ਦੇਖਦੇ ਹੋ ਕਿ ਜਦੋਂ ਅਸੀਂ ਕੀਬੋਰਡ ਤੇ ਟਾਈਪ ਕਰਦੇ ਹਾਂ ਤੇ ਸਾਡੇ ਕੋਲ ਕੁਝ ਨੰਬਰ ਨਜ਼ਰ ਆਉਂਦੇ ਹਨ, ਜਿਵੇਂ ਸੀਰੀਜ਼ ਲਿਖੀ ਹੁੰਦੀ ਹੈ 1 2 3 4 5 6 7 8 9 0। ਅਸੀਂ ਕੀ ਕਰਨਾ ਹੈ? ਜਿਸ ਤਰ੍ਹਾਂ ਉਂਗਲਾਂ ਦੀ ਸਥਿਤੀ ਆਪਾਂ ਹੋਮ ਰੋ ਤੇ ਰੱਖੀ ਸੀ, ਅਸੀਂ ਉਸੇ ਤਰ੍ਹਾਂ ਹੀ ਰਹਿਣ ਦੇਣਾ ਹੈ, ਇਸ ਨੂੰ ਚੇਂਜ ਨਹੀਂ ਕਰਨਾ ਹੈ। ਅਗਰ ਤੁਹਾਨੂੰ ਇੱਕ ਪ੍ਰੈਸ ਕਰਨਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ? ਆਪਣੇ ਕੀਬੋਰਡ ਤੋਂ ਜਿਹੜੀ ਲਿਟਲ ਫਿੰਗਰ ਹੈ ਉਸ ਦੇ ਨਾਲ ਹੀ ਤੁਸੀਂ ਇੱਕ ਪ੍ਰੈਸ ਕਰੋਗੇ, ਲੇਕਿਨ ਕਿਹੜੇ ਹੱਥ ਦੀ? ਖੱਬੇ ਹੱਥ ਦੀ। ਇਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ 1 2 3 4 ਹਰ ਇੱਕ ਲਈ ਇੱਕ ਫਿੰਗਰ ਅਸਾਈਨ ਕੀਤੀ ਗਈ ਹੈ, ਰੱਖੀ ਗਈ ਹੈ। ਜਦੋਂ ਤੁਸੀਂ 5 ਪ੍ਰੈਸ ਕਰਨਾ ਹੈ, 4 ਅਤੇ 5 ਦੋਨਾਂ ਲਈ ਤੁਸੀਂ ਇੰਡੈਕਸ ਫਿੰਗਰ ਦੀ ਵਰਤੋਂ ਕਰਨੀ ਹੈ। ਇਸੇ ਤਰ੍ਹਾਂ ਹੀ ਅਗਰ ਸੱਜੇ ਹੱਥ ਦੀ ਗੱਲ ਕਰੀਏ ਤਾਂ 0 ਜਿਹੜਾ ਹੈ ਉਹ ਤੁਸੀਂ ਆਪਣੀ ਲਿਟਲ ਫਿੰਗਰ ਨਾਲ ਪ੍ਰੈਸ ਕਰਨੀ ਹੈ। 9 ਜਿਹੜਾ ਹੈ ਤੁਸੀਂ ਰਿੰਗ ਫਿੰਗਰ ਨਾਲ ਪ੍ਰੈਸ ਕਰਨੀ ਹੈ। 8 ਜਿਹੜਾ ਹੈ ਉਹ ਤੁਸੀਂ ਮਿਡਲ ਫਿੰਗਰ ਨਾਲ ਪ੍ਰੈਸ ਕਰਨਾ ਹੈ। 6 ਅਤੇ 7 ਸੱਜੇ ਹੱਥ ਦੇ ਇੰਡੈਕਸ ਫਿੰਗਰ ਦੇ ਨਾਲ ਪ੍ਰੈਸ ਕਰ ਸਕਦੇ ਹੋ। ਪਰ ਵਿਦਿਆਰਥੀਓ, ਮੈਂ ਫਿਰ ਕਹਿਣਾ ਚਾਹੁੰਦਾ ਹਾਂ, ਇਸ ਜਗ੍ਹਾ ਤੇ ਤੁਸੀਂ ਗਲਤੀ ਨਹੀਂ ਕਰਨੀ। ਇਹ ਨਾ ਹੋਏ ਕੋਈ ਨੰਬਰ ਆਵੇ ਤੇ ਤੁਸੀਂ ਸਾਰੀਆਂ ਜਿਹੜੀਆਂ ਫਿੰਗਰਸ ਨੇ ਉਹ ਆਪਣੀਆਂ ਜਿਹੜੀਆਂ ਨੰਬਰ ਵਾਲੀ ਰੋ ਤੇ ਰੱਖ ਲਓ। ਅਸੀਂ ਆਪਣੇ ਉਂਗਲਾਂ ਜਿਹੜੀਆਂ ਨੇ ਹੋਮ ਰੋ ਤੋਂ ਨਹੀਂ ਹਟਾਣੀਆਂ। ਜਦੋਂ ਬਟਨ ਪ੍ਰੈਸ ਕਰਨਾ ਹੈ ਸਿਰਫ ਉਹੀ ਫਿੰਗਰ ਆਪਣੀ ਜਗ੍ਹਾ ਤੋਂ ਹਟ ਕੇ ਉੱਪਰ ਵਾਲੀਆਂ ਰੋ ਜਾਂ ਨੀਚੇ ਵਾਲੀ ਰੋ ਤੇ ਜਾਏਗੀ, ਤੇ ਬਟਨ ਪ੍ਰੈਸ ਕਰਨ ਤੋਂ ਬਾਅਦ ਫਿਰ ਆਪਣੀ ਜਿਹੜੀ ਉਂਗਲਾਂ ਦੀ ਜਿਹੜੀ ਸਥਿਤੀ ਹੈ ਉਹ ਹੋਮ ਰੋ ਤੇ ਹੋਣੀ ਚਾਹੀਦੀ ਹੈ। ਤੁਸੀਂ ਇਹ ਡਾਇਗਰਾਮ ਜਿਹੜੀ ਦਿੱਤੀ ਗਈ ਹੈ 1 2 3 4 5 ਵਾਲੀ, ਇਸ ਨੂੰ ਚੰਗੀ ਤਰ੍ਹਾਂ ਸਮਝ ਲਓ, ਠੀਕ ਹੈ। ਨੈਕਸਟ ਅਸੀਂ ਚੱਲਾਂਗੇ, ਸਾਡੇ ਕੋਲ ਦਿੱਤਾ ਹੋਇਆ ਹੈ ਨੂਮੈਰਿਕ ਕੀਪੈਡ। ਨੂਮੈਰਿਕ ਕੀਪੈਡ ਦੇ ਵਿੱਚ ਨੂਮੈਰਿਕ ਕੀਪੈਡ ਇਸ ਤਰ੍ਹਾਂ ਹੁੰਦਾ ਹੈ, ਇਸ ਵਿੱਚ ਤੁਹਾਨੂੰ ਜਿਹੜਾ ਵਾ ਕੁਝ ਐਰੋਜ਼ ਵੀ ਨਜ਼ਰ ਆਉਣਗੇ, ਕੁਝ ਹੋਰ ਫੰਕਸ਼ਨ ਜਿਵੇਂ ਕਿ ਹੋਮ ਫੰਕਸ਼ਨ, ਪੇਜ ਅਪ, ਪੇਜ ਡਾਊਨ, ਐਂਡ, ਠੀਕ ਹੈ। ਇਸ ਤਰ੍ਹਾਂ ਦੇ ਕੁਝ ਫੰਕਸ਼ਨ ਨਜ਼ਰ ਆਉਣਗੇ। ਨਾਲ ਤੁਹਾਨੂੰ ਜਿਹੜਾ ਵਾ ਪਲੱਸ, ਮਾਈਨਸ, ਮਲਟੀਪਲਾਈ, ਡਿਵੀਜ਼ਨ, ਇਸ ਤਰ੍ਹਾਂ ਦੇ ਕੁਝ ਸਾਈਨ ਵੀ ਨਜ਼ਰ ਆਉਣਗੇ।
ਹੁਣ ਕਰਨਾ ਕੀ ਹੈ, ਨੂਮੈਰਿਕ कीपैड ਦੇ ਵਿੱਚ ਨੂਮੈਰਿਕ ਜਦੋਂ ਵਿਦਿਆਰਥੀ ਕਈ ਕੁਐਸਚਨ ਕਰਦੇ ਹਨ ਕਿ ਸਾਡੇ ਕੋਲ ਤਾਂ ਉੱਪਰ ਇੱਕ ਨੰਬਰ ਵਾਲੀ ਰੋ ਦਿੱਤੀ ਹੋਈ ਹੈ, ਫਿਰ ਸਾਨੂੰ ਨੂਮੈਰਿਕ कीपैड ਦੀ ਜ਼ਰੂਰਤ ਕਿਉਂ ਪਈ। ਤਾਂ ਵਿਦਿਆਰਥੀਓ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਨੂਮੈਰਿਕ कीपैड ਜਿਹੜਾ ਅਕਾਊਂਟਿੰਗ ਪਰਪਸ ਲਈ ਜਾਂ ਕਿਤੇ ਵੀ ਕੰਪਿਊਟਰ ਦੇ ਵਿੱਚ ਜਦੋਂ ਅਸੀਂ ਕੁਝ ਮਾਰਕਸ ਫੀਡ ਕਰਨੇ ਹੁੰਦੇ ਹਨ ਤਾਂ ਜਿਹੜੀ ਰੋ ਹੈ, ਜਿਹੜੀ ਟੌਪ ਰੋ ਹੈ, ਨੰਬਰ ਵਾਲੀ ਰੋ ਹੈ, ਉਹਦੇ ਵਿੱਚ ਟਾਈਪ ਕਰਦੇ ਸਮੇਂ ਸਾਨੂੰ ਜਿਹੜਾ ਵਾ ਥੋੜਾ ਸਮਾਂ ਜ਼ਿਆਦਾ ਲੱਗਦਾ। ਸਮਾਂ ਘਟਾਉਣ ਵਾਸਤੇ ਹੀ ਟੈਕਨੀਸ਼ੀਅਨ ਜਿਨ੍ਹਾਂ ਨੇ ਕੀਬੋਰਡ ਦਾ ਲੇਆਊਟ ਡਿਜ਼ਾਈਨ ਕੀਤਾ, ਉਹਨਾਂ ਨੇ ਇੱਕ ਨੂਮੈਰਿਕ ਪੈਡ ਦਾ ਫੰਕਸ਼ਨ ਵੀ ਰੱਖਿਆ। ਨੂਮੈਰਿਕ कीपैड ਦੇ ਨਾਲ ਅਸੀਂ ਕੀ ਕਰ ਸਕਦੇ ਹਾਂ, ਥੋੜੀ ਫਾਸਟ ਟਾਈਪਿੰਗ ਕਰ ਸਕਦੇ ਹਾਂ ਨੰਬਰਾਂ ਲਈ। ਹੁਣ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿਹੜੀ 5 ਵਾਲੀ ਪੋਜੀਸ਼ਨ ਹੈ, 5 ਵਾਲੀ ਪੋਜੀਸ਼ਨ ਦੇ ਉੱਤੇ ਤੁਸੀਂ ਕੀ ਰੱਖਣਾ ਵਾ, ਆਪਣੀ ਸੱਜੇ ਹੱਥ ਦੀ ਜਿਹੜੀ ਹੈ ਦੂਸਰੀ ਉਂਗਲ, ਸੱਜੇ ਹੱਥ ਦੀ ਦੂਸਰੀ ਉਂਗਲ ਕਿਹੜੀ ਹੈ, ਦੈਟ ਇਜ਼ ਯੂਅਰ ਮਿਡਲ ਫਿੰਗਰ, ਉਸ ਨੂੰ ਅਪੁਆਇੰਟ ਕਰ ਲੈਣਾ ਹੈ। ਅਪੁਆਇੰਟ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਦੇਖੋ ਜਿਵੇਂ 5 ਦੇ ਉੱਤੇ ਤੁਸੀਂ ਉਂਗਲ ਆਪਣੀ ਮਿਡਲ ਫਿੰਗਰ ਰੱਖ ਲਈ ਸੱਜੇ ਹੱਥ ਦੀ, ਤੁਸੀਂ ਕੀ ਕਰ ਸਕਦੇ ਹੋ ਕਿ ਮਿਡਲ ਫਿੰਗਰ ਨਾਲ ਤੁਸੀਂ 2 ਵੀ ਪ੍ਰੈਸ ਕਰ ਸਕਦੇ ਹੋ, ਨੀਚੇ ਜਾ ਸਕਦੇ ਹੋ, ਮਿਡਲ ਫਿੰਗਰ ਨਾਲ ਤੁਸੀਂ 8 ਵੀ ਪ੍ਰੈਸ ਕਰ ਸਕਦੇ ਹੋ। ਇਸੇ ਤਰ੍ਹਾਂ ਹੀ अगर जे तुसी इंडेक्स फिंगर की वरतों करोगे 4 प्रैस कर लोगे, 6 प्रैस करने वास्ते तुहानू जिहड़ी आ अपनी सज्जे हथ की रिंग फिंगर का प्रयोग करना पएगा। एक सेंटर पॉइंट हो जाता है, सेंटर पॉइंट होने के नाल जिहड़े उपर वाले नंबर ते नीचे वाले नंबर प्रैस करना आसान हो जाता है। ठीक है, उस तो बाद एक होर चीज़ का खास ध्यान रखना है। तुसी देखो कि इत्थे लिखा गया है कि सज्जे हथ का अंगूठा 0 उत्ते, सज्जे हथ का अंगूठा तुसी 0 उत्ते रख सकते हो, पर याद रखना कि इसनूं आपां प्रैस करके नहीं रखना। प्रैस करके रखोगे तो जिहड़ा भी सॉफ्टवेयर तुसीं ओपन किया होगा उहदे विच फिर नंबर टाइप हो जाएंगे। आपां सॉफ्ट जिहा प्रैस कर सॉफ्ट जिहा रखना, ठीक है, जरूरत पैण ते उहनूं प्रैस कर देना। एक होर गल विद्यार्थियों ध्यान विच रखनी है कि जिहड़ा न्यूमेरिक कीपैड है इसनूं तुसीं वरतन वास्ते तुहाडे कोल एक नम लॉक दा बटन दिता होया है। तुसीं देख रहे हो कि इस पार्ट दे विच नम लॉक दा बटन दिता होया है। नम लॉक बटन नूं तुसीं ऑन कर लेना। जदों तुसीं ऑन करोगे तो जिहड़ा पैड आ वो एक्टिवेट हो जाएगा। जो भी तुसीं नंबर टाइप करोगे तो नंबर आसानी नाल लिखे जा सकेंगे। अगे असीं समझते हाँ 1.4 कीबोर्ड दियां खास कीज़। हुण कीबोर्ड दियां कुछ खास कीज़ बारे समझांगे कि किहड़ी-किहड़ी कीज़ है। सब तो पहला साडे कोल की हैगी है स्पेस बार। 2 शब्दां विच खाली थां, मतलब कि जदों स्पेस बार की एक ऐसी की है जो कीबोर्ड दे विच सब तो वड्डी की मन्नी जाती है। उस तो बाद स्पेस बार की वरतों कित्थे कीती जाती है, जदों असीं 2 वर्ड दे विचकार कोई खाली थां छड्डनी हो। तुसीं वेख ही रहे हो कि जिवें लिखिया होया 2 शब्दां, हुण 2 ते शब्दां दे विचकार एक सानूं खाली जगह नज़र आ रही है। ये खाली जगह किस तरह ऐड की जा सकती है, उस स्पेस बार की मदद के नाल ऐड की जा सकती है। नैक्सट साडे कोल हैगा एंटर की। एंटर की की वरतों असीं क्यों करते हाँ? एंटर की की वरतों असीं इसलिए करते हाँ कि असीं मान लो कोई लाइन लिख लई है, असीं चाहते हाँ कि असीं हुण अगली जिहड़ी लाइन लिखनी है या अगला कोई वर्ड लिखना है वो अगली नैक्सट लाइन दे विच, जिवें कि मैं वर्ड दे विच MS वर्ड च तुहानूं लिख के दसदा कि मान लो हुण इस जगह मैं एंटर प्रेस करांगा तो मेरा कर्सर जिहड़ा नैक्सट लाइन दे विच पहुंच गया। ये इसका फंक्शन है। हुण मैं जो भी कुछ भी टाइप करांगा वो किहड़ी जगह ते टाइप होएगा, नैक्सट लाइन। मान लो मैं आगे कुछ टाइप करना चाहना तो देखो नैक्सट लाइन, जिन्नी बार असीं एंटर प्रेस करांगे असीं नैक्सट लाइन च चले जावांगे। नैक्सट साडे कोल हैगा बैक स्पेस। बैक स्पेस का की फायदा हुंदा, बैक स्पेस का तुहानूं यूज करके दसदे हां। बैक स्पेस की जदों तुसीं बैक स्पेस प्रैस करोगे तुसीं इट मीनस कि बैक जा रहे। हुणे बैक जाण दा मतलब की है, बैक जाण दा देखो जाण नूं तां एरो कीज़ भी हैगियां सी, लेकिन बैक स्पेस का फायदा की है कि मान लो मैं बैक स्पेस प्रैस करांगा तो कर्सर दे खब्बे पासे जिहड़ा भी कुछ लिखिया होया है वो इरेज होना शुरू हो जाएगा। तुसीं देख रहे हो स्क्रीन दे उत्ते मैं बैक स्पेस प्रैस कर रहा हाँ तो जिहड़े करैक्टर ने वो इरेज हो रहे हैं, मतलब कि डिलीट हो रहे हैं। नैक्सट साडे कोल हैगा शिफ्ट की। हुण शिफ्ट की दी मदद असीं किस तरह लै सकते हैं, शिफ्ट की नाले साडे किस काम आंदी है, जदों भी असीं
कोई करैक्टर तुसी देख रहे हो कि जिन्ने भी मैं करैक्टर लिखे ने ये सारे दे सारे करैक्टर की ने स्मॉल केस च गए मीनस असीं इहनूं कह सकते हो कि जिवें आपां कह दिंदे छोटी ABC ते वड्डी ABC। इसे तरह अगर मान लो कोई करैक्टर वड्डा लिखना चाहते असीं तां शिफ्ट प्रेस करके रखो एक बारी ते उस तो बाद जिहड़ा भी करैक्टर तुसीं प्रेस करोगे जिवें मैं हुण ASDF प्रेस किया शिफ्ट मैं छड्डिया नहीं ठीक है तो मेरे सारे दे सारे करैक्टर की ने वड्डे टाइप हो रहे जिवें मान लो मैं लिखना है हैलो तो हैलो लई मैं की कीता जदों मैं H लिखना सी तो मैं शिफ्ट H प्रेस किया तो मेरा जिहड़ा करैक्टर है वो कैपिटल लैटर दे विच आ गया। तुसी एक चीज़ दा विद्यार्थियों खास ध्यान रखना है कि जदों तुसी टाइपिंग कर रहे हो तो अगर कोई भी करैक्टर कोई भी अखर जिहड़ा तुसी टाइप करना चाहते हो ते वो जिहड़ा तुसी वड्डा लिखना चाहते हो जिवें मैं H वड्डा लिखना चाहता तो मैं की करांगा मैं अपने खब्बे हथ दे शिफ्ट बटन प्रेस करांगा लेकिन अगर मैं कोई खब्बे पासे वाला ਤੁਹਾਨੂੰ मैं पहले ही दस चुका हाँ कि कीबोर्ड के लेआउट ਨੂੰ दो भागाਂ ਦੇ ਵਿੱਚ ਵੰਡਿਆ ਗਿਆ ਖੱਬਾ ਭਾਗ ਤੇ ਸੱਜਾ ਭਾਗ। ਜੇ ਮੇਰਾ ਕੋਈ ਕਰੈਕਟਰ ਖੱਬੇ ਭਾਗ ਦੇ ਵਿੱਚ ਆਂਦਾ ਹੈ ਤਾਂ ਮੈਂ ਉਸ ਨੂੰ ਜੇ ਵੱਡਾ ਲਿਖਣਾ ਚਾਹਨਾ ਹਾਂ ਤਾਂ ਮੈਂ ਕੀ ਕਰਾਂਗਾ ਮੈਂ ਸੱਜਾ शिफ्ट ਸੱਜੇ ਪਾਸੇ वाला शिफ्ट बटन प्रेस करके ਤੇ ਖੱਬੇ ਹੱਥ ਦੇ ਨਾਲ ਜਿਹੜਾ ਉਹ ਕਰੈਕਟਰ प्रेस करांगा। इस चीज़ का खास ध्यान देना क्योंकि इस नाल टाइपिंग जिहड़ी है ਉਹ स्पीड नाल असीं कर सकते हैं। नैक्सट साडे कोल हैगा कैप्स लॉक। कैप्स लॉक की मदद दे नाल जेकर तुसीं चाहते हो कि तुहाडा जिहड़ा शब्द है यानी कि वर्ड है या लाइन है या पैरा है वो सारे दा सारा ही तुसीं वड्डे अखरां दे विच यानी कि कैपिटल लैटर्स दे विच लिखना चाहते हो तो तुसीं की कर सकते हो कैप्स लॉक ऑन कर सकते हो। कैप्स लॉक ऑन करन दा फायदा ये होएगा कि तुहानू बार बार शिफ्ट की दी वरतों नहीं करनी पेगी। उम्मीद है विद्यार्थियों तुहानू ये पॉइंट समझ लग गए होंगे। नैक्सट असीं चलांगे अनमोल लिपि राही पंजाबी विच टाइपिंग। अनमोल लिपि विच जो टाइपिंग करनी है बहुत ही आसान हुंदी है उस लई भी तुहानू जिहड़ा वै जो कीबोर्ड दा लेआउट है उसनू याद रखना पवेगा। हाँ जी विद्यार्थियों असीं कि अपनी स्क्रीन ते देख रहे हाँ कि अनमोल लिपि की मैप सानू नज़र आ रहा है। अनमोल लिपि की मैप की मदद दे नाल असी पंजाबी दे विच आसानी नाल टाइप कर सकते हाँ। प्यारे विद्यार्थियों तुसी जिहड़ा होम रो दे पैटर्न नू नहीं भुलना। होम रो दे पैटर्न दे आधार दे उत्ते ही असी अनमोल लिपि विच टाइप करना है। तुसी देख रहे हो कि हर एक बटन दे उत्ते कुछ करैक्टर जिहड़े ने पंजाबी दे लिखे हुए हैं जिवें ऊड़ा ऐड़ा ए जिहड़ा बटन है उस नाल ऊड़ा ऐड़ा एस नाल सस्सा अते सस्से पैर बिंदी शशा इस तरह दे सारे जिहड़े है वो लिखे हुए हैं ते असी की करना है इस नू याद रखना है। तुहानू एक बारी याद रखने की लोड़ है उस तो बाद तुसी अपनी जिहड़ी है टाइपिंग आसानी नाल कर सकते हो कीबोर्ड नू देखे बिना। अनमोल लिपि च टाइपिंग करना इसलिए आसान मन्निया जाता है क्योंकि इस दे जिहड़े अखर ने वो जिवें मैं उदाहरण वजों तुसी देख भी रहे हो कि जिवें मान लो मैं के दी गल करां के क ते ख दो दी आवाज़ कट रहा है तो इट मीनस इस तरह ही एल है एल ल दी है पी प ते फ दी है। अगर ओ दी गल करिए तो होड़ा ते घनोड़ा। इस तरह ही आई जिहड़ा वै वो सियारी ते बिहारी दी। इस तरह की कर सकते हाँ असी अनमोल लिपि दे विच टाइप कर सकते हैं। तुसी अनमोल लिपि दे विच किवें टाइप कर सकते हो इसनूं प्रैक्टिकली देखते हाँ। असी करना की है कि कोई भी जिहड़ा सॉफ्टवेयर है वर्डपैड नोटपैड या MS वर्ड उन्होंने ओपन कर लेना है। करन तो बाद इस विच आपां अपना अनमोल लिपि कीबोर्ड चुन लेना। अनमोल लिपि असी सिलेक्ट कर लिया सॉरी फॉन्ट। उस तो बाद असी की कर सकते हैं मान लो मैं लिखना है सेवा विखे। तुसी देख रहे हो कि मैं जिहड़ा वै अपनी स्क्रीन दे उत्ते
सेवा विखे लिख लिया बड़ी आसानी दे नाल। असी की कर सकते हाँ, इस तरह कोई भी एप्लीकेशन टाइप कर सकते हाँ। तुसी देख रहे हो कि कितनी स्पीड दे नाल असी इसनू टाइप कर लिया है। ते विद्यार्थियों तुसी भी इस तरह ही स्पीड दे नाल टाइप कर सकते हो, पर इस दे लई तुहानू जिहड़ी है अखरां दे जिहड़े पैटर्न है कि किहड़े बटन ते किहड़ा अखर आउंदा है, वो इंग्लिश दा भी अते पंजाबी दा भी, वो तुहानू याद रखना पवेगा। हुण विद्यार्थियों अगे असीं समझांगे कि टाइपिंग स्पीड वधाउण लई असीं की कर सकते हां। सब तो पहला कि अपनी जिहड़ी ਉਂਗਲਾਂ ਦੀ स्थिति वो हमेशा होम रो उत्ते ही होनी चाहिदी है। इस तो इलावा उसकी पोजीशन तुसीं चेंज नहीं करनी। दूसरी गल, सानू रफ्तार नालों अपना ध्यान सही की दबाउण उत्ते वध रखना चाहिदा है। जदों तुसीं अपना ध्यान सही बटन दबाउण उत्ते रखोगे तो तुहाडी स्पीड ऑटोमैटिकली ही वध जावेगी। नैक्सट है कीबोर्ड उत्ते ना देखो। विद्यार्थियों मैं तुहानू अपना परसनल एक्सपीरियंस दसना चाहना हाँ कि जे मैं कीबोर्ड देख के टाइप करदा हाँ तो मेरी स्पीड घट जाती है, ते जे मैं कीबोर्ड उत्ते नहीं देखदा ते अपनी ਉਂਗਲਾਂ ਦੀ स्थिति नू सही रख के टाइप करदा हाँ ते मेरी स्पीड वध जाती है। तुहाडी भी स्पीड वध जाएगी जे तुसी इस पैटर्न नू फॉलो करोगे। दूसरी गल, चौथा पॉइंट है लगातार आराम नाल अते सही टाइप करन वाल ध्यान रखो। नैक्सट है जिवें असीं हर एक की नू दबाउंदे हां सानू वो अखर अपने मन विच दोहराना चाहिदा है। ये कदों करना चाहिदा है, जिहड़ा पंजवां पॉइंट है वो उदों करना चाहिदा है जदों तुसीं टाइपिंग सीख रहे हो। जदों तुसीं टाइपिंग सीख रहे हो उदों तुहानू हर एक बटन दबाउंदे समय तुहानू याद रखना चाहिदा है कि मैं किहड़ी फिंगर दे नाल किहड़ी ਉਂਗਲ दे नाल किहड़ा बटन प्रेस कीता है ते उस बटन नू तुसीं याद रखना है अनमोल लिपि दे अनुसार भी अते इंग्लिश दे अनुसार भी। नैक्सट है साडे बैठन दा तरीका। तुसी तस्वीर देख रहे हो, इस तस्वीर च अगर देखा जाए तो जो लड़की टाइप कर रही है उसने अपनी पोजीशन जिहड़ी है किस तरह रखी है। तुसी विद्यार्थियों बैठन वेले टाइप करन वेले तुसी इस गल का ध्यान रखना है कि तुसी अपनी पोजीशन जिहड़ी है बिल्कुल स्ट्रेट रखनी है। जे तुसी इस तरह नहीं करोगे तो विद्यार्थियों तुहाडे जिहड़ी है बैक दी प्रॉब्लम आ सकती है। तुसी अपने पैर जिहड़े है बिल्कुल स्ट्रेट रखने हैं 90 डिग्री के एंगल नाल, सो दैट कि तुहाडी जिहड़ी है एकदम स्ट्रेट पोजीशन होवे। चेयर ते जदों तुसी बैठे हो तो तुहाडी जिहड़ी बैक दी पोजीशन जिस तरह तस्वीर विच दिखाई गई है उस तरह ही होनी चाहिदी है। अगर तुसी इस चीज़ नू फॉलो नहीं करोगे तो लंबे समय दे विच तुसी अगर टाइप करते रहोगे तो तुहाडे जिहड़ी है बैक दी प्रॉब्लम, नैक दी प्रॉब्लम, सर्वाइकल इस तरह दी कुछ गंभीर प्रॉब्लम्स आ सकदियां। नैक्सट जिहड़े है जिवें पॉइंट दिते हुए हैं साडी नज़र मोनीटर उत्ते या कापी उत्ते होनी चाहिदी है। साडियां ਉਂਗਲਾਂ गोलाई विच अते होम रो की उत्ते होणियां चाहिदियां ने, मैं पहले ही दस चुका हाँ। सानू हर एक की नू जल्दी नाल दबा के मुड़ होम रो पोजीशन उत्ते आना चाहिए। जे असी ये पैटर्न फॉलो करी जावांगे तो साडी टाइपिंग स्पीड वध जाएगी। हुण नैक्सट जिहड़ा है कि लगातार टाइपिंग करन उपरंत होने वाले तनाव तो बचण लई सुझाव। हुण सुझाव की हन? दूसरे सब तो जिहड़ा प्रैक्टिकली गल कीती जावे तो तुसीं की करना है कि जिहड़ी अपनी कंप्यूटर की स्क्रीन है उसनू घट्टो घट्ट 2 फुट दूरी उहदी होनी चाहिदी है। ठीक है, उस तो बाद जदों तुसीं कुर्सी ते बैठे हो तो तुहाडे जिहड़ी है पोजीशन जिस तरह तस्वीर च दिखाई गई सी तुसीं देख ही रहे हो कि टाइप करते समय तुहाडी जिहड़ी है अखां दी पोजीशन मीनस नैक जिहड़ी स्ट्रेट होवे, तुहाडी जिहड़ी कमर है वो स्ट्रेट होवे। ठीक है, पैर जिहड़े आ ओहदी पोजीशन किस तरह की होनी चाहिए है वो सारा। इस तो इलावा जे तुसीं कोई पोजीशन फॉलो करते हो तो रोंग है। ठीक है, बिल्कुल ढो ला के नहीं बहना पिछे करके, उस नाल तुहानू प्रॉब्लम हो सकती है। तो विद्यार्थियों ये सी साडा जिहड़ा टच टाइपिंग
ਹੁਣ ਤੁਹਾਡੇ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੁਝਾਅ ਕੀ ਹੈ, ਉਹ ਇਹ ਹੈ ਕਿ ਤੁਸੀਂ ਕੀ ਕਰਨਾ ਹੈ, ਸਾਰੇ ਵਿਦਿਆਰਥੀਆਂ ਨੇ ਇੱਕ ਚਾਰਟ ਲੈ ਲੈਣਾ ਹੈ, ਉਹਨੂੰ ਇਸ ਤਰ੍ਹਾਂ ਲੰਬੇ ਰੁੱਖ ਕਟਿੰਗ ਕਰ ਲੈਣੀ ਹੈ। ਤਾਂ ਸਾਰੇ ਵਿਦਿਆਰਥੀਆਂ ਨੇ ਕੀ ਕਰਨਾ ਹੈ, ਇਸ ਦਾ ਲੇਆਊਟ ਇੱਕ ਚਾਰਟ ਉੱਤੇ ਬਣਾ ਲੈਣਾ ਹੈ। ਜਿਸ ਤਰ੍ਹਾਂ ਪੈਟਰਨ ਬਣਿਆ ਹੈ ਉਸੇ ਤਰ੍ਹਾਂ ਦਾ ਹੀ ਪੈਟਰਨ ਬਣਾਉਣਾ ਹੈ, ਪੈਟਰਨ ਬਿਲਕੁਲ ਵੀ ਗਲਤ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ, ਸਾਰੇ ਅਸੀਂ ਜਾਣਦੇ ਹਾਂ ਕਿ ਕਈ ਵਾਰ ਸਾਡੇ ਘਰ ਦੇ ਵਿੱਚ ਕੀਬੋਰਡ ਜਾਂ ਫਿਰ ਕਹਿ ਲਈਏ ਕਿ ਕੰਪਿਊਟਰ ਉਪਲਬਧ ਨਹੀਂ ਹੁੰਦਾ, ਤਾਂ ਫਿਰ ਵੀ ਅਸੀਂ ਜਿਹੜੀ ਹੈ ਟਾਈਪਿੰਗ ਸਿੱਖ ਸਕਦੇ ਹਾਂ। ਉਹ ਟਾਈਪਿੰਗ ਕਿਵੇਂ ਸਿੱਖ ਸਕਦੇ ਹਾਂ, ਅਸੀਂ ਕੀ ਕਰਨਾ ਹੈ ਕਿ ਆਪਣਾ ਪੂਰਾ ਇੱਕ ਚਾਰਟ ਪੇਪਰ ਤੇ ਜਿੰਨੀਆਂ ਕੁ ਉਂਗਲ ਵਾਸਤੇ ਬਾਕਸ ਦੀ ਜ਼ਰੂਰਤ ਹੈ ਉਨੀ ਕੀ ਜਗ੍ਹਾ ਦਾ ਪੈਟਰਨ ਅਸੀਂ ਪੂਰਾ ਬਣਾ ਲੈਣਾ ਹੈ। ਅਨਮੋਲ ਲਿਪੀ ਕੀ ਮੈਪ ਤੁਸੀਂ ਬਣਾ ਲਓ, ਕਿਉਂਕਿ ਇਹਦੇ ਵਿੱਚ ਹੀ ਤੁਹਾਡੇ ASDF ਯਾਨੀ ਕਿ ਇੰਗਲਿਸ਼ ਵਾਲਾ ਪੈਟਰਨ ਵੀ ਆ ਜਾਵੇਗਾ। ਉਸ ਤੋਂ ਬਾਅਦ ਕੀ ਕਰਨਾ ਹੈ, ਜਿਸ ਤਰ੍ਹਾਂ ਤੁਹਾਨੂੰ ਵੀਡੀਓ ਵਿੱਚ ਸਮਝਾਇਆ ਗਿਆ ਹੈ ਉਸੇ ਤਰ੍ਹਾਂ ਹੀ ਤੁਸੀਂ ਇਸ ਪੈਟਰਨ ਨੂੰ ਫੋਲੋ ਕਰਨਾ ਹੈ। ਜਿਸ ਤਰ੍ਹਾਂ ਉਂਗਲਾਂ ਦੀ ਸਥਿਤੀ ਤੁਸੀਂ ਦੇਖ ਹੀ ਰਹੇ ਹੋ, ਤੁਸੀਂ ਆਪਣੇ ਘਰ ਬੈਠ ਕੇ ਇਹਦੀ ਪ੍ਰੈਕਟਿਸ ਕਰਨੀ ਹੈ। ਆਪਣੇ ਮਨ ਦੇ ਵਿੱਚ ਕੀ ਕਰਨਾ ਹੈ, ਜਿਹੜੇ ਅੱਖਰ ਨੇ, ਜਿਹੜੇ ਬਟਨ ਕਿਸ ਤਰ੍ਹਾਂ ਪ੍ਰੈਸ ਕਰਨੇ ਹਨ, ਉਸ ਨੂੰ ਬਾਰ-ਬਾਰ ਦੁਹਰਾਉਣਾ ਹੈ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਟਾਈਪਿੰਗ ਕਰਨ ਦਾ ਕੀਬੋਰਡ ਉੱਤੇ ਤਾਂ ਤੁਸੀਂ ਆਸਾਨੀ ਨਾਲ ਟਾਈਪ ਕਰ ਸਕੋ। ਹੁਣ ਵਿਦਿਆਰਥੀਓ, ਕੁਝ ਅਭਿਆਸ ਅਭਿਆਸ ਸਾਨੂੰ ਦਿੱਤੇ ਹੋਏ ਹਨ, ਨੀਚੇ ਮੈਂ ਤੁਹਾਨੂੰ ਦਿਖਾਣਾ ਹਾਂ। ਤੁਸੀਂ ਇਹ ਦੇਖ ਰਹੇ ਹੋ, ਇਹ ਵੀ ਇੱਕ ਡਾਇਗਰਾਮ ਬਹੁਤ ਹੀ ਵਧੀਆ ਬਣਿਆ ਹੋਇਆ ਹੈ। ਇਸ ਤੋਂ ਵੀ ਸਾਨੂੰ ਉਂਗਲਾਂ ਦੀ ਸਥਿਤੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਜਦੋਂ ਤੁਸੀਂ ਚਾਰਟ ਪੇਪਰ ਤੇ ਕੀਬੋਰਡ ਦਾ ਲੇਆਊਟ ਬਣਾ ਲਵੋਗੇ ਤਾਂ ਤੁਸੀਂ ASDF ਸੈਮੀਕੋਲਨ LKJH ਇਸੇ ਤਰ੍ਹਾਂ ਹੀ ਸਪੇਸ ਬਾਰ, ਫਿਰ ASDFG ਸੈਮੀਕੋਲਨ LKJH ਇਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਨੀ ਹੈ। ਜਦੋਂ ਅਭਿਆਸ ਇੱਕ ਕਰ ਲਵੋਗੇ, ਠੀਕ ਹੈ, ਤੁਸੀਂ ਕੀ ਕਰਨਾ ਹੈ, ਕਿਸੇ ਟੇਬਲ ਤੇ ਆਪਣਾ ਚਾਰਟ ਪੇਪਰ ਰੱਖ ਲੈਣਾ ਹੈ ਜਿਸ ਦੇ ਉੱਤੇ ਤੁਸੀਂ ਡਿਜ਼ਾਈਨ ਬਣਾਇਆ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਆਪਣੀਆਂ ਉਂਗਲਾਂ ਦੀ ਸਥਿਤੀ ਜਿਸ ਤਰ੍ਹਾਂ ਤੁਹਾਨੂੰ ਸਮਝਾਇਆ ਗਿਆ ਉਸ ਤਰ੍ਹਾਂ ਰੱਖ ਲੈਣੀ ਹੈ ਤੇ ਅਭਿਆਸ 1 ਕਰਨ ਤੋਂ ਬਾਅਦ ਅਭਿਆਸ 2, ਅਭਿਆਸ 3, ਇਸੇ ਤਰ੍ਹਾਂ ਤੁਸੀਂ ਅਭਿਆਸ 4 ਇਹ ਸਾਰੀ ਪ੍ਰੈਕਟਿਸ ਕਰਨੀ ਹੈ। ਪ੍ਰੈਕਟਿਸ ਕਰਨ ਉਪਰੰਤ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਾਡੀ ਜਿਹੜੀ ਹੈ ਟਾਈਪਿੰਗ ਸਪੀਡ ਵੱਧ ਗਈ। ਉਮੀਦ ਹੈ ਕਿ ਤੁਹਾਨੂੰ ਮੇਰੇ ਦੁਆਰਾ ਦਿੱਤਾ ਗਿਆ ਇਹ ਜਿਹੜਾ ਪਾਠ 1 ਟਾਈਪਿੰਗ ਟਿਊਟਰ ਚੰਗਾ ਲੱਗਾ ਹੋਵੇਗਾ। ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਇਸ ਬਾਰੇ ਅਸੀਂ ਜਾਣਕਾਰੀ ਦੇਣੀ ਹੈ, ਉਹਨਾਂ ਨੂੰ ਸਮਝਾਉਣਾ ਹੈ, ਇੱਕ ਦੂਜੇ ਦਾ ਸਾਥ ਦੇਣਾ ਹੈ। ਧੰਨਵਾਦ।